ਨਿਊ ਪੰਜਾਬੀ ਕਹਾਣੀਆਂ ਚੈਨਲ ਦੀ ਅੱਜ ਦੀ ਕਹਾਣੀ ਹੈ ਧੋਖੇ ਦੀ ਉਡਾਰੀ। ਕੀ ਤੁਸੀਂ 3 ਦਿਨਾਂ ਲਈ ਸਾਡੇ ਨਾਲ ਆਉਣਾ ਚਾਹੋਗੇ? ਸਾਡੇ ਆਈਟੀ ਵਿਭਾਗ ਦੇ ਸਾਰੇ ਲੋਕ ਜਾ ਰਹੇ ਹਨ, ਮੈਨੇਜਰ ਨੇ ਪੁੱਛਿਆ। ਹਾਂ, ਪਰ ਕੱਲ੍ਹ ਤੱਕ ਦੱਸਾਂਗੀ, ਮੈਂ ਘਬਰਾਹਟ ਵਿੱਚ ਕਿਹਾ। ਘਰ ਆ ਕੇ ਸੋਚਿਆ ਕਿ ਕੀ ਕਰਾਂ, ਕਿਵੇਂ ਜਾਵਾਂ। ਮੇਰੇ ਬੇਟੇ ਤੇ ਪਤੀ ਦੋਨਾਂ ਨੂੰ ਕੌਣ ਸੰਭਾਲੇਗਾ? ਉਹਨਾਂ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ। ਇਹ ਲੋਕ ਇਹ ਸਭ ਕੁਝ ਕਿਵੇਂ ਕਰਨਗੇ? ਹੁਣ ਜੇ ਮੈਂ ਨਾ ਗਈ ਤਾਂ ਵੀ ਬੁਰਾ ਲੱਗੇਗਾ। ਸਭ ਜਾ ਰਹੇ ਹਨ ਅਤੇ ਜੇਕਰ ਮੈਂ ਨਾ ਕਰ ਦਿੱਤੀ ਤਾਂ ਮੇਰੀ ਨੌਕਰੀ ਵੀ ਖਤਰੇ ਵਿੱਚ ਪੈ ਸਕਦੀ ਹੈ। ਉਹਨਾਂ ਨੇ ਇਹੀ ਸੋਚਣਾ ਹੈ ਕਿ ਇਹਦੇ ਵਿੱਚ ਆਕੜ ਬਹੁਤ ਜ਼ਿਆਦਾ ਹੈ। ਆਪਣੇ ਆਪ ਨੂੰ ਪੁੱਛਿਆ ਕਿ ਮੈਂ ਕੀ ਚਾਹੁੰਦੀ ਹਾਂ, ਤਾਂ ਮਨ ਨੇ ਕਿਹਾ ਕਿ ਜਾ ਅਮਨ, ਅਜਿਹੇ ਸੁਨਹਿਰੀ ਮੌਕੇ ਬਹੁਤ ਘੱਟ ਲੋਕਾਂ ਨੂੰ ਮਿਲਦੇ ਹਨ। ਆਜ਼ਾਦੀ ਮਹਿਸੂਸ ਕਰਨ ਦਾ ਸਮਾਂ, ਫਿਰ ਸ਼ਾਇਦ ਕਦੇ ਆਪਣੇ ਖੰਭ ਨਹੀਂ ਫੈਲਾ ਸਕਾਂਗੀ। ਮੈਂ ਅਜੇ ਇਹ ਸੋਚ ਹੀ ਰਹੀ ਸੀ ਕਿ ਸੰਦੀਪ ਨੇ ਆ ਕੇ ਕਿਹਾ, ਕੀ ਤੂੰ ਜਾਣਾ ਚਾਹੁੰਦੀ ਹੈ? ਮੈਂ ਸਭ ਕੁਝ ਦੇਖ ਲਵਾਂਗਾ, ਤੂੰ ਚਲੀ ਜਾ। 3 ਦਿਨਾਂ ਲਈ ਆਪਣੀ ਜ਼ਿੰਦਗੀ ਖੁੱਲ੍ਹ ਕੇ ਜੀ ਲੈ। ਆਪਣੇ ਮਨ ਦੀ ਇੱਛਾ ਪੂਰੀ ਕਰਦਿਆਂ ਮੈਂ ਮੈਨੇਜਰ ਨੂੰ ਹਾਂ ਕਿਹਾ ਅਤੇ ਆਪਣੇ ਸੰਦੀਪ ਦਾ ਦਿਲ ਵਿੱਚ ਧੰਨਵਾਦ ਵੀ ਕੀਤਾ। ਅੱਜ ਮੈਨੂੰ ਆਪਣੇ ਤੋਂ ਵੱਧ ਕਿਸਮਤ ਵਾਲਾ ਕੋਈ ਨਹੀਂ ਲੱਗ ਰਿਹਾ ਸੀ। ਜਾਣ ਤੋਂ ਪਹਿਲਾਂ ਹੀ ਮੇਰੇ ਚਿਹਰੇ 'ਤੇ ਖੁਸ਼ੀ ਦਿਖਾਈ ਦੇਣ ਲੱਗ ਗਈ ਸੀ। ਕੱਪੜੇ ਅਤੇ ਹੋਰ ਜ਼ਰੂਰੀ ਸਮਾਨ ਖਰੀਦ ਕੇ ਅਜੀਬ ਜਿਹੀ ਰਾਹਤ ਮਿਲ ਰਹੀ ਸੀ, ਪਰ ਮੈਂ ਪਰਿਵਾਰ ਬਾਰੇ ਥੋੜ੍ਹਾ ਬੇਚੈਨ ਵੀ ਮਹਿਸੂਸ ਕਰ ਰਹੀ ਸੀ। ਜਦੋਂ ਵੀ ਸੰਦੀਪ ਮੈਨੂੰ ਖਿਆਲਾਂ 'ਚ ਗੁਆਚਿਆ ਹੋਇਆ ਦੇਖਦੇ ਤਾਂ ਉਹ ਹਮੇਸ਼ਾ ਮੇਰੇ ਮੋਢੇ 'ਤੇ ਹੱਥ ਰੱਖ ਕੇ ਮੈਨੂੰ ਦਿਲਾਸਾ ਦਿੰਦੇ। ਚਿੰਤਾ ਨਾ ਕਰ, ਮੈਂ ਵੀ ਪਿਓ ਹਾਂ, ਗੁਰੀ ਦਾ ਪੂਰਾ ਖਿਆਲ ਰੱਖਾਂਗਾ। ਆਪਣੇ 12 ਸਾਲਾਂ ਦੇ ਕਰੀਅਰ ਵਿੱਚ ਏਅਰਲਾਈਨ ਦੇ ਆਈਟੀ ਵਿਭਾਗ ਵਿੱਚ ਇੱਕ ਕੰਪਿਊਟਰ ਇੰਜੀਨੀਅਰ ਵਜੋਂ ਕੰਮ ਕਰਦਿਆਂ ਮੈਨੂੰ ਵਿਦੇਸ਼ ਜਾਣ ਦਾ ਇਹ ਸੁਨਹਿਰੀ ਮੌਕਾ ਮਿਲਿਆ ਸੀ। ਸਾਰੇ ਮੁਲਾਜ਼ਮਾਂ ਦੇ ਨਾਂ ਲਿਖੇ ਹੋਏ ਸਨ। ਏਅਰਲਾਈਨ 'ਚ ਕੰਮ ਕਰਨ ਕਾਰਨ ਸਾਨੂੰ ਮੁਲਾਜ਼ਮਾਂ ਨੂੰ ਘੱਟ ਪੈਸੇ ਦੇ ਕੇ ਕਿਤੇ ਵੀ ਜਾਣ ਲਈ ਆਪਣੀ ਟਿਕਟ ਆਸਾਨੀ ਨਾਲ ਪ੍ਰਾਪਤ ਹੋ ਜਾਂਦੀ ਹੈ, ਪਰ ਇਸ ਲਈ ਫਲਾਈਟ 'ਚ ਸੀਟ ਲੈਣੀ ਜ਼ਰੂਰੀ ਹੁੰਦੀ ਹੈ। ਜਿਵੇਂ ਬਾਕੀ ਯਾਤਰੀਆਂ ਨੂੰ ਪੂਰੀ ਰਕਮ ਅਦਾ ਕਰਨੀ ਪੈਂਦੀ ਹੈ, ਬਿਲਕੁਲ ਉਸੇ ਤਰ੍ਹਾਂ ਸਾਡੇ ਵਿਭਾਗ ਵਿੱਚ ਕੁੱਲ 50 ਮੁਲਾਜ਼ਮ ਸਨ। ਹੁਣ ਫਲਾਈਟ ਵਿੱਚ ਸੀਟ ਦੀ ਵੱਡੀ ਸਮੱਸਿਆ ਕਾਰਨ 25 ਕਰਮਚਾਰੀ ਇੱਕ ਫਲਾਈਟ ਵਿੱਚ ਅਤੇ ਬਾਕੀ 25 ਹੋਰ ਫਲਾਈਟ ਵਿੱਚ ਜਾਣ ਲਈ ਤਿਆਰ ਹੋ ਗਏ ਅਤੇ ਅਸੀਂ ਥਾਈਲੈਂਡ ਪਹੁੰਚ ਗਏ। ਸਭ ਕੁਝ ਇੱਕ ਸੁਪਨੇ ਵਾਂਗ ਜਾਪਦਾ ਸੀ, ਪਰ ਸਾਡੇ ਰਸਤੇ ਵਿੱਚ ਥਾਈ ਇਮੀਗ੍ਰੇਸ਼ਨ ਨੇ ਸਾਨੂੰ ਰੋਕ ਦਿੱਤਾ ਕਿ ਔਨ ਅਰਾਈਵਲ ਵੀਜ਼ਾ ਦੇ ਪੈਸੇ ਦਿਓ, ਕਿਉਂਕਿ ਸਾਡੇ ਵਿੱਚੋਂ ਕਿਸੇ ਦਾ ਵੀਜ਼ਾ ਨਹੀਂ ਸੀ ਅਤੇ ਕੰਪਨੀ ਨੇ ਇਸ ਬਾਰੇ ਕਿਸੇ ਕਰਮਚਾਰੀ ਨੂੰ ਸੂਚਿਤ ਨਹੀਂ ਕੀਤਾ ਸੀ ਕਿ ਏਅਰਪੋਰਟ 'ਤੇ ਪਹੁੰਚ ਕੇ ਵੀਜ਼ਾ ਲਗਵਾਉਣ ਅਤੇ ਹੋਟਲ ਦੇ ਪੈਸੇ ਵੀ ਸਾਨੂੰ ਦੇਣੇ ਪੈਣਗੇ। ਸਾਰਿਆਂ ਨੂੰ ਕਿਹਾ ਗਿਆ ਕਿ ਕਿਰਪਾ ਕਰਕੇ ਆਪਣੇ ਵੀਜ਼ੇ ਦੇ ਖਰਚੇ ਆਪ ਅਦਾ ਕਰੋ। ਸਾਰਿਆਂ ਦੇ ਮੂੰਹ ਬੰਦ ਹੋ ਗਏ। ਵਾਪਸ ਵੀ ਨਹੀਂ ਜਾ ਸਕੇ ਕਿਉਂਕਿ ਕੋਈ ਫਲਾਈਟ ਨਹੀਂ ਸੀ ਅਤੇ ਫਲਾਈਟ 2 ਦਿਨਾਂ ਬਾਅਦ ਆਉਣੀ ਸੀ। ਇਸ ਲਈ ਹਰ ਕਿਸੇ ਨੂੰ ਆਪਣੇ ਤੌਰ 'ਤੇ ਵੀਜ਼ਿਆਂ ਅਤੇ ਹੋਟਲ ਦਾ ਪ੍ਰਬੰਧ ਕਰਨ ਲਈ ਮਜਬੂਰ ਹੋਣਾ ਪਿਆ। ਵੱਖ-ਵੱਖ ਉਡਾਣਾਂ ਦੇ ਸਮੇਂ ਕਾਰਨ ਅਸੀਂ ਸਾਰੇ ਅਲੱਗ ਸਮੇਂ 'ਤੇ ਪਹੁੰਚੇ। ਉੱਥੇ ਪਹੁੰਚਣ ਤੋਂ ਪਹਿਲਾਂ 2 ਘੰਟੇ ਵੀਜ਼ਾ ਲਗਵਾਉਣ ਲਈ ਕਤਾਰ ਵਿੱਚ ਖੜ੍ਹਨਾ ਪਿਆ। ਸਾਨੂੰ ਸਾਰਿਆਂ ਨੂੰ ਮੈਨੇਜਰ 'ਤੇ ਬਹੁਤ ਗੁੱਸਾ ਆ ਰਿਹਾ ਸੀ, ਪਰ ਕੋਈ ਕੁਝ ਵੀ ਨਹੀਂ ਕਹਿ ਰਿਹਾ ਸੀ ਤੇ ਨਾ ਕੁਝ ਕਰ ਸਕਦਾ ਸੀ, ਕਿਉਂਕਿ 12 ਵਜੇ ਤੋਂ ਪਹਿਲਾਂ ਕਿਸੇ ਹੋਟਲ ਵਿੱਚ ਵੀ ਕਮਰਾ ਨਹੀਂ ਮਿਲਦਾ। ਇਸ ਲਈ ਅਸੀਂ ਏਅਰਪੋਰਟ ਤੋਂ ਸਿੱਧੇ ਚਿੜੀਆ ਘਰ ਲਈ ਰਵਾਨਾ ਹੋ ਗਏ। ਸਾਰੀ ਰਾਤ ਦੀ ਫਲਾਈਟ ਵਿੱਚ ਥਕਾਵਟ ਕੱਟਣ ਤੋਂ ਬਾਅਦ ਸਵੇਰੇ 7 ਵਜੇ ਅਸੀਂ ਏਅਰਪੋਰਟ ਤੋਂ ਸਿੱਧੇ ਚਿੜੀਆ ਘਰ 2 ਘੰਟਿਆਂ ਵਿੱਚ ਪਹੁੰਚ ਗਏ। ਉੱਥੇ ਅਸੀਂ ਸਾਰਿਆਂ ਨੇ ਫਰੈਸ਼ ਹੋ ਕੇ ਨਾਸ਼ਤਾ ਕੀਤਾ। ਫਿਰ ਖਾਣਾ ਖਾ ਕੇ ਸਾਡੀ ਜਾਨ 'ਚ ਜਾਨ ਆ ਗਈ। ਫਿਰ ਅਸੀਂ ਥਾਈਲੈਂਡ ਦਾ ਪ੍ਰਸਿੱਧ ਚਿੜੀਆ ਘਰ ਦੇਖਿਆ। ਉੱਥੇ ਵੱਖ-ਵੱਖ ਤਰ੍ਹਾਂ ਦੇ ਪੰਛੀ, ਜਾਨਵਰ ਅਤੇ ਸਮੁੰਦਰੀ ਡੌਲਫਿਨ ਸ਼ੋਅ ਵੀ ਸੀ। ਚਾਰੇ ਪਾਸੇ ਹਰਿਆਲੀ ਤੇ ਕੱਚ ਵਰਗਾ ਸਾਫ਼ ਸੁਥਰਾ ਆਸਮਾਨ ਦੇਖ ਕੇ ਮੈਨੂੰ ਖੁਸ਼ੀ ਮਹਿਸੂਸ ਹੋਈ। ਸਾਡੇ ਸਾਰਿਆਂ ਦੀ ਸਾਰੀ ਥਕਾਵਟ ਦੂਰ ਹੋ ਗਈ ਸੀ। ਖਾਣਾ ਆਦਿ ਖਾ ਕੇ ਅਸੀਂ 2 ਘੰਟੇ ਬਾਅਦ ਹੋਟਲ ਪਹੁੰਚ ਗਏ ਅਤੇ ਸਾਰਿਆਂ ਨੂੰ ਕਮਰੇ ਵੀ ਮਿਲ ਗਏ। ਮੇਰਾ ਕਮਰਾ ਮੇਰੀ ਇੱਕ ਮਹਿਲਾ ਕਰਮਚਾਰੀ ਨਾਲ ਸੀ। ਉਹ ਹੋਰ ਮਹਿਲਾ ਕਰਮਚਾਰੀਆਂ ਦੇ ਨਾਲ ਉਹਨਾਂ ਦੇ ਕਮਰੇ ਵਿੱਚ ਹੀ ਬੈਠਦੀ ਸੀ। ਮੈਂ ਆਪਣੇ ਕੱਪੜੇ ਬਦਲ ਲਏ ਅਤੇ ਪਤਾ ਨਹੀਂ ਕਦੋਂ ਮੇਰੀ ਅੱਖ ਲੱਗ ਗਈ। ਦੁਨੀਆ ਅਤੇ ਜ਼ਿੰਮੇਵਾਰੀਆਂ ਦੀ ਭੀੜ ਤੋਂ ਦੂਰ ਇੰਨਾ ਹੋਸ਼ ਗੁਆਉਣ ਤੋਂ ਬਾਅਦ ਜਦੋਂ ਮੇਰੀ ਜਾਗ ਖੁੱਲ੍ਹੀ ਤਾਂ ਮੈਂ ਥੋੜ੍ਹਾ ਹਲਕਾ ਮਹਿਸੂਸ ਕੀਤਾ। ਸ਼ਾਮ ਨੂੰ ਹਰ ਕੋਈ ਸਮੁੰਦਰ ਦੀਆਂ ਲਹਿਰਾਂ ਨਾਲ ਸੈਰ ਕਰਨ ਲਈ ਨਿਕਲਿਆ। ਵੈਸੇ ਸਮੁੰਦਰ ਪਹਿਲਾਂ ਗੋਆ ਵਿੱਚ ਵੀ ਦੇਖਿਆ ਸੀ, ਪਰ ਇੱਥੇ ਬਾਹਰਲੇ ਮੁਲਕਾਂ ਵਿੱਚ ਨੀਲਾ ਸਮੁੰਦਰ ਦੇਖ ਕੇ ਰੂਹ 'ਚ ਅਲੱਗ ਹੀ ਜਾਨ ਆ ਗਈ। ਮੈਂ ਹਵਾਵਾਂ ਵਾਂਗ ਝੂਮਦੀ ਪਈ ਸੀ। ਜ਼ਿੰਦਗੀ ਦੀਆਂ ਖੁਸ਼ੀਆਂ ਨੂੰ ਯਾਦਾਂ ਵਿੱਚ ਕੈਦ ਕਰ ਲਿਆ ਸੀ। ਕਮਰੇ ਵਿੱਚ ਵਾਪਸ ਜਾਣ ਤੋਂ ਬਾਅਦ ਮੇਰੀ ਮਹਿਲਾ ਕਰਮਚਾਰੀਆਂ ਨੇ ਕਿਹਾ, ਸਾਰੇ ਸਾਰੀ ਰਾਤ ਜਾਗਣਗੇ, ਅਸੀਂ ਅੰਤਾਕਸ਼ਰੀ ਵੀ ਖੇਡਾਂਗੀਆਂ, ਕੋਈ ਨਹੀਂ ਸੌਂਏਗਾ।
ਮਾਂ ਬਣਨ ਤੋਂ ਬਾਅਦ ਨੀਂਦ ਦੀ ਮਹੱਤਤਾ ਮੇਰੇ ਤੋਂ ਬਿਹਤਰ ਕੋਈ ਨਹੀਂ ਜਾਣ ਸਕਦਾ ਸੀ। ਇਸ ਲਈ ਮੈਂ ਜਾਗਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮੇਰੇ ਸਹਿ ਕਰਮਚਾਰੀ ਨੇ ਕਿਹਾ, ਠੀਕ ਹੈ, ਪਰ ਜਦੋਂ ਮੈਂ ਰਾਤ ਨੂੰ ਆਵਾਂ ਤਾਂ ਦਰਵਾਜ਼ਾ ਖੋਲ੍ਹ ਦੇਣਾ। ਮੈਂ ਹਾਂ ਵਿੱਚ ਜਵਾਬ ਦਿੱਤਾ ਅਤੇ ਆਪਣੇ ਕਮਰੇ ਵਿੱਚ ਚਲੀ ਗਈ। ਬਹੁਤ ਸ਼ਾਂਤੀ ਸੀ, ਪਰ ਹਰ ਵੇਲੇ ਮੈਨੂੰ ਸੰਦੀਪ ਤੇ ਗੁਰੀ ਦੀ ਯਾਦ ਆ ਜਾਂਦੀ ਸੀ। ਅਗਲੇ ਦਿਨ ਜਦੋਂ ਮੈਂ ਸਵੇਰੇ ਉੱਠੀ ਤਾਂ ਦੇਖਿਆ ਕਿ ਮੇਰੇ ਨਾਲ ਵਾਲਾ ਬਿਸਤਰਾ ਖਾਲੀ ਸੀ। ਮੈਨੂੰ ਲੱਗਾ ਕਿ ਮੇਰੇ ਨਾਲ ਵਾਲੀ ਮਹਿਲਾ ਕਰਮਚਾਰੀ ਸਾਰੀ ਰਾਤ ਹੀ ਨਹੀਂ ਆਈ। ਫਿਰ ਅਚਾਨਕ ਪ੍ਰਿਯੰਕਾ, ਜੋ ਕਿ ਮੇਰੀ ਸਹਿ ਕਰਮਚਾਰੀ ਔਰ ਰੂਪ ਪਾਰਟਨਰ ਵੀ ਸੀ, ਕਹਿਣ ਲੱਗੀ ਕਿ ਤੁਸੀਂ ਘੋੜੇ ਵੇਚ ਕੇ ਸੌਂਦੇ ਹੋ, ਤੁਸੀਂ ਦਰਵਾਜ਼ਾ ਕਿਉਂ ਨਹੀਂ ਖੋਲ੍ਹਿਆ? ਮੈਂ ਰਾਤ ਦੇ 3 ਵਜੇ ਆਈ ਸੀ। ਤੇ ਇਹ ਕਹਿ ਕੇ ਉਹ ਹੱਸਣ ਲੱਗ ਗਈ। ਫਿਰ ਅਸੀਂ ਸ਼ਾਪਿੰਗ ਕਰਨ ਗਏ। ਉੱਥੇ ਤੇਜ਼ ਬਾਰਿਸ਼ ਸ਼ੁਰੂ ਹੋ ਗਈ। ਫਿਰ ਵੀ ਅਸੀਂ ਖਰੀਦਦਾਰੀ ਲਈ ਗਏ ਅਤੇ ਬੜੀ ਮੁਸ਼ਕਿਲ ਨਾਲ ਟੈਕਸੀ ਲੱਭੀ। ਜਾਣ ਵਿੱਚ ਅਜੇ 1 ਦਿਨ ਬਾਕੀ ਸੀ, ਪਰ ਫਲਾਈਟ ਵਿੱਚ ਸੀਟਾਂ ਦੀ ਕਮੀ ਕਾਰਨ ਅਚਾਨਕ ਮੈਨੇਜਰ ਨੇ ਸਾਰਿਆਂ ਨੂੰ ਬੁਲਾ ਕੇ ਕਿਹਾ ਕਿ ਹੁਣ ਆਪਾਂ ਅੱਜ ਰਾਤ ਨੂੰ ਹੀ ਰਵਾਨਾ ਹੋ ਜਾਣਾ ਹੈ, ਨਹੀਂ ਤਾਂ ਕੱਲ੍ਹ ਦਾ ਖਰਚਾ ਕਰਮਚਾਰੀਆਂ ਨੂੰ ਆਪ ਝੱਲਣਾ ਪਵੇਗਾ। ਹਰ ਕਿਸੇ ਲਈ ਕੁਝ ਨਾ ਕੁਝ ਖਰੀਦਣ ਕਾਰਨ ਮੇਰਾ ਬਹੁਤ ਸਾਰਾ ਖਰਚਾ ਹੋ ਚੁੱਕਾ ਸੀ। ਇਸ ਲਈ ਮੈਂ ਵੀ ਹਾਂ ਹੀ ਕਿਹਾ ਅਤੇ ਜ਼ਿਆਦਾਤਰ ਕਰਮਚਾਰੀ 2 ਉਡਾਣਾਂ ਲੈ ਕੇ ਭਾਰਤ ਵਾਪਸ ਆ ਗਏ। ਮੈਂ ਬਸ ਉਡਾਰੀ ਮਾਰ ਕੇ ਆਪਣੇ ਘਰ ਪਹੁੰਚਣਾ ਚਾਹੁੰਦੀ ਸੀ। ਸਾਡਾ ਦੇਸ਼ ਭਾਵੇਂ ਕੋਈ ਵੀ ਹੋਵੇ, ਪਰ ਮੈਨੂੰ ਇਸ 'ਤੇ ਮਾਣ ਹੈ। ਫਲਾਈਟ ਸੀਟ 'ਤੇ ਨਜ਼ਰ ਮਾਰਦਿਆਂ ਮੇਰੀ ਪਹਿਲੀ ਵਿਦੇਸ਼ ਯਾਤਰਾ ਇੱਕ ਸਾਹਸੀ ਯਾਤਰਾ ਬਣ ਗਈ, ਜਿੱਥੇ ਮੈਂ ਇਕੱਲੇ ਜਾ ਕੇ ਬਹੁਤ ਆਤਮ ਵਿਸ਼ਵਾਸ ਹਾਸਲ ਕੀਤਾ। ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ। ਕਿਰਪਾ ਕਰਕੇ ਮੇਰੇ ਚੈਨਲ ਨਿਊ ਪੰਜਾਬੀ ਕਹਾਣੀਆਂ ਨੂੰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ। ਤੁਹਾਡਾ ਬਹੁਤ ਧੰਨਵਾਦ। ਰੱਬ ਰਾਖਾ।